ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ, SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ, ਸ਼ੁਕਰ ਵਾਹਿਗੁਰੂ ਜੀ। ਸਹਿਜੇ ਸਹਿਜੇ ਤੁਰਦੇ 2 ਮਹੀਨਿਆਂ ਤੋਂ ਉੱਪਰ ਹੋ ਗਏ। ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 73 ਦੇ ਦੀਦਾਰ। ਪਿਛਲੇ ਐਪੀਸੋਡ ਤੱਕ ਆਪਾਂ ਸ੍ਰੀ ਰਾਗ ਦੇ ਵਿੱਚ ਅਸ਼ਟਪਦੀਆਂ ਦੇ ਦੀਦਾਰ ਕਰ ਰਹੇ ਹਾਂ। ਧਿਆਨ, ਪਹਿਲਾਂ 17 ਅਸ਼ਟਪਦੀਆਂ ਗੁਰੂ ਨਾਨਕ ਪਾਤਸ਼ਾਹ ਦੀਆਂ ਸਨ। ਉਸ ਤੋਂ ਬਾਅਦ 8 ਅਸ਼ਟਪਦੀਆਂ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਤੇ 2 ਅਸ਼ਟਪਦੀਆਂ ਗੁਰੂ ਅਰਜਨ ਦੇਵ ਸਾਹਿਬ। ਇਸ ਤਰ੍ਹਾਂ 17 ਤੇ 8 25 ਤੇ 2 27 27 ਅਸ਼ਟਪਦੀ ਸ੍ਰੀ ਰਾਗ ਦੇ ਵਿੱਚ, ਪਹਿਲੇ, ਤੀਸਰੇ ਤੇ ਪੰਜਵੇਂ। ਉਸ ਤੋਂ ਬਾਅਦ ਜਿਹੜਾ ਸ਼ਬਦ ਸ਼ੁਰੂ ਹੋਇਆ ਸੀ ਉਹ ਗੁਰੂ ਨਾਨਕ ਪਾਤਸ਼ਾਹ ਦਾ। ਇਹ ਸ਼ਬਦ 24 ਪਦਿਆਂ ਦਾ ਹੈ। 19 ਪਦਿਆਂ ਦੀ ਵਿਚਾਰ ਆਪਾਂ ਪਿੱਛੇ ਕੀਤੀ ਹੈ, ਬਾਕੀ ਅੱਜ ਕਰਨੀ ਹੈ। ਇਸ 24 ਪਦਿਆਂ ਦਾ ਸ਼ਬਦ ਜੋ ਗੁਰੂ ਨਾਨਕ ਪਾਤਸ਼ਾਹ ਦਾ, ਇਹਦੇ ਤੋਂ ਬਾਅਦ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੋਣਾ, ਉਹਦੇ 21 ਪਦੇ ਨੇ। ਉਸ ਤੋਂ ਬਾਅਦ ਸ੍ਰੀ ਰਾਗ ਦੇ ਵਿੱਚ ਇੱਕ ਬਾਣੀ ਸ਼ੁਰੂ ਹੋਣੀ ਹੈ, ਜਿਹੜੀ ਰਾਗਾਂ ਦੇ ਵਿੱਚ ਪਹਿਲੀ ਬਾਣੀ ਹੈ। ਉਂਝ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜਵੀਂ ਬਾਣੀ ਹੈ। ਪਹਿਲੀ ਬਾਣੀ ਜਪ, ਦੂਸਰੀ ਸੋਦਰ, ਤੀਸਰੀ ਸੋਪੁਰਖ, ਚੌਥਾ ਸੋਹਿਲਾ। ਰਾਗ 14 ਅੰਗ ਤੋਂ ਸ਼ੁਰੂ ਹੁੰਦੇ ਨੇ। ਇਹ ਉਸ 14 ਅੰਗ ਤੋਂ ਰਾਗ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ 4 ਬਾਣੀਆਂ। ਤੇ ਪੰਜਵੀਂ ਬਾਣੀ ਕੱਲ ਦੇ ਐਪੀਸੋਡ ਦੇ ਵਿੱਚ ਸ਼ੁਰੂ ਹੋਏਗੀ। ਪਹਿਰੇ ਨਾਮ ਦੀ ਬਾਣੀ ਪੰਜਵੀਂ ਬਾਣੀ ਹੈ। 31 ਨਿਰਧਾਰਤ ਰਾਗਾਂ ਦੇ ਵਿੱਚ ਪਹਿਲੀ ਬਾਣੀ ਹੈ। ਬਹੁਤ ਬਾਣੀਆਂ ਐਸੀਆਂ ਨੇ ਜਿਹੜੀਆਂ ਅਨਟੱਚ ਨੇ ਸਾਡੇ, ਯਾਨੀ ਆਓ ਕਰੀਏ ਯਾਰ। ਅੱਜ 20ਵਾਂ ਪਦਾ। ਤੁਧ ਆਪੇ ਆਪ ਉਪਾਇਆ, ਦੂਜਾ ਖੇਲ ਕਰ ਦਿਖਲਾਇਆ। ਵਾਹਿਗੁਰੂ ਜੀ ਨੇ ਆਪਣੇ ਆਪ ਨੂੰ ਪੈਦਾ ਕੀਤਾ, ਉਹ ਸ਼ਕਤੀ, ਤੇ ਦੂਸਰਾ ਇਹ ਕੁਦਰਤ ਦਾ ਖੇਲ ਦਿਖਾ ਦਿੱਤਾ। ਆਪ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਆਪਣੇ ਰੱਬੀ ਉਪਦੇਸ਼ ਬਣ ਕੇ, ਗੁਰੂ ਦਾ ਗਿਆਨ ਬਣ ਕੇ ਅੰਦਰ ਪ੍ਰਗਟ ਹੋ ਗਏ। ਉਹਨਾਂ ਨੇ ਖੇਲ ਦਿਖਾ ਦਿੱਤਾ। ਸਭ ਸੱਚੋ ਸੱਚ ਵਰਤਦਾ, ਜਿਸ ਭਾਵੈ ਤਿਸੈ ਰਜ਼ਾਏ ਜੀਓ। ਜੋ ਵਾਹਿਗੁਰੂ ਜੀ ਭਾਵ ਉਹਦੇ, ਜਿਨ੍ਹਾਂ ਨੂੰ ਸੋਝੀ ਦੇ ਦਿੱਤੀ, ਉਹਨਾਂ ਦੇ ਲਈ ਜੋ ਸੱਚ ਗੱਲ ਚੱਲ ਰਹੀ ਸੀ। ਗੁਰੂ ਸਾਹਿਬ ਦੀ ਆਵਾਜ਼, ਸਤਿਗੁਰ ਸਰੂਪ, ਉਪਦੇਸ਼ ਮੰਨਣ ਦੀ ਜਦੋਂ ਭਾਵਨਾ ਹੁੰਦੀ ਹੈ, ਉਪਦੇਸ਼ ਸਮਝ ਆਉਂਦੇ ਨੇ, ਜੀਵਨ ਜਿਉਇਆ
ਇੱਕ ਮਾਰਗ ਵਾਹਿਗੁਰੂ ਜੀ ਨੇ ਦਿਖਾਇਆ, ਇਸ ਮਾਰਗ ਤੇ ਫਿਰ ਸੱਚ ਦਾ ਰਸ, ਸੱਚ ਦਾ ਆਨੰਦ, ਸੱਚ ਦਾ ਮਾਰਗ, ਭਾਵਨਾਵਾਂ, ਸੱਚ ਦੀ ਮਿਲ ਗਈ। ਮਿਲੀ ਕਿਵੇਂ? ਗੁਰ ਪ੍ਰਸਾਦੀ ਪਾਇਆ, ਗੁਰੂ ਸਾਹਿਬ ਜੀ ਦੇ ਇਸ ਭਾਵਨਾ, ਗੁਰੂ ਨੇ ਕਿਰਪਾ ਕੀਤੀ ਜਦੋਂ ਭਾਵਨਾ ਬਣੀ। ਤਿੱਥੈ ਮਾਇਆ ਮੋਹ ਚੁਕਾਇਆ, ਮਨ ਦੀ ਦੂਜੇ ਪਾਸੇ ਦੀ ਖਿੱਚ ਫਿਰ ਚੰਗੀ ਨਹੀਂ। ਜਿਸ ਮਾਰਗ ਦੀ ਉਲਝਣ ਤਾਣੀ ਵਿੱਚ ਬਾਰ-ਬਾਰ ਫਸਦਾ ਸੀ, ਉਹ ਚੰਗੀ ਨਹੀਂ ਲੱਗਦੀ। ਗੁਰੂ ਕਿਰਪਾ ਦੀ ਨਿਸ਼ਾਨੀ। ਕਰ ਕਿਰਪਾ, ਕਿਰਪਾ ਕਰਕੇ ਆਪਣੀ, ਆਪੇ ਲਏ ਸਮਾਏ ਜੀਓ। ਆਪ ਹੀ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਤੇਰੇ ਮਨ ਇਸ ਪਿਆਰ ਵਿੱਚ ਆ ਜਾਂਦਾ। ਵਾਹਿਗੁਰੂ ਜੀ ਦੀ ਰਹਿਮਤ ਦੀ ਨਿਸ਼ਾਨੀ। ਜਿਨ ਸਤਿਗੁਰ ਸਿਉ ਚਿਤ ਲਾਇਆ, ਵਾਹਿਗੁਰੂ। 21ਵੇਂ ਪਦੇ ਤੋਂ ਅਗਲਾ। ਗੋਪੀ ਨੈ ਗਵਾਲੀਆ, ਉਹਦੇ ਆਪੇ ਗੋਏ ਉਠਾ ਲਿਆ। ਹੁਣ ਇਹਨਾਂ ਸ਼ਬਦਾਂ ਚੋਂ ਲੱਗਦਾ ਹੈ ਕਿ ਜੋ ਹਿੰਦੂਇਜ਼ਮ ਦੇ ਵਿੱਚ ਕ੍ਰਿਸ਼ਨ ਜੀ ਦੇ ਵਰਤਾਰੇ ਸੀ, ਗੋਪੀਆਂ ਦੇ ਨਾਲ ਰਾਸ ਕਰਨੀ, ਗਊਆਂ ਚਾਰਨੀਆਂ, ਤੇ ਉਹ ਕਹਿੰਦੇ ਨੇ ਉਹਨਾਂ ਨੇ ਪਹਾੜ ਉਠਾ ਲਿਆ ਸੀ। ਲੱਗਦਾ ਹੈ ਕਿ ਉਹਦਾ ਜ਼ਿਕਰ ਹੋ ਰਿਹਾ। ਬਹੁਤ ਸਾਰੇ ਵਿਆਖਿਆਕਾਰਾਂ ਨੇ ਇਹ ਇਸ ਤਰ੍ਹਾਂ ਇਹਦੇ ਅਰਥ ਵੀ ਕਰ ਦਿੱਤੇ, ਪਰ ਗੋਪੀ ਤਾਂ ਉਹ ਮਨ ਹੈ ਜਿਹੜਾ ਮਨ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਪਿਆਰ ਵਿੱਚ ਭਿੱਜ ਕੇ ਉਹਦੇ ਵਰਗਾ ਬਣ ਗਿਆ। ਖੋ ਇਹ ਗੁਰਮੁਖ ਸੁਭਾਅ ਦੀ ਗੱਲ ਹੈ, ਗੁਰਮੁਖ ਮਨ ਦੀ ਗੱਲ ਹੈ। ਇਹ ਗਵਾਲੀਆ ਗਿਆਨ ਇੰਦਰੀਆਂ ਦੀ ਰੂਪੀ ਗਊਆਂ ਨੂੰ ਚਾਰਨ ਵਾਲਾ ਗਵਾਲ। ਇੱਥੇ ਕ੍ਰਿਸ਼ਨ ਜੀ ਹਿੰਦੂਆਂ ਦੇ ਅਵਤਾਰ ਬਾਰੇ ਗੱਲ ਨਹੀਂ ਹੈ, ਉਸ ਮਨ ਬਾਰੇ ਹੈ ਜਿਹੜਾ ਭਗਵਾਨ ਦੇ ਪਿਆਰ ਵਿੱਚ ਭਿੱਜ ਗਿਆ ਗਵਾਲਾ। ਆ ਜਿੰਨੇ ਗਿਆਨ ਇੰਦਰੇ ਨੇ, ਇਹ ਗਊਆਂ ਨੇ। ਇਹਨਾਂ ਨੂੰ ਵਾਹਿਗੁਰੂ ਜੀ ਦੇ ਰਸਤੇ ਦਾ ਪ੍ਰੇਮ ਰਸ ਇਹ ਮਨ ਚਾਰਨ ਲੱਗ। ਗੋਪੀਆਂ ਇਹਨਾਂ ਗਿਆਨ ਇੰਦਰੀਆਂ ਵਿੱਚ ਜਿਹੜੀਆਂ ਚੰਗੀਆਂ ਭਾਵਨਾਵਾਂ ਨੇ ਨਾ, ਇਹ ਮਨ ਦੀਆਂ ਗੋਪੀਆਂ ਬਣ ਗਈਆਂ। ਜਿਹੜੀ ਭਾਵਨਾ ਕੁਸੰਗ ਵੱਲ ਖਿੱਚ ਕੇ ਲਿਜਾਂਦੀ ਸੀ ਨਾ, ਉਹ ਭਾਵਨਾ ਬਦਲ ਗਈ। ਉਹ ਗੁਰੂ ਦੇ ਪਿਆਰ ਰਸ ਵਿੱਚ ਤੋਰਨ ਦੀ ਭਾਵਨਾ ਬਣ ਗਈ। ਅੱਖਾਂ ਦੇ ਨਾਲ ਦੀਦਾਰ ਕਰਨ ਦੀ, ਕੰਨਾਂ ਨਾਲ ਸੁਣਨ ਦੀ, ਜ਼ੁਬਾਨ ਨਾਲ ਇਹ ਮਨ ਐਸਾ ਗਵਾਲਾ ਬਣ ਗਿਆ। ਗਿਆਨ ਇੰਦਰੇ ਮੈਨੇਜ ਕਰਨ ਦੀ ਯੋਗਤਾ। ਇਹ ਭਾਵਨਾਵਾਂ ਰੂਪੀ ਗੋਪੀਆਂ ਇਹਦੇ ਵਸ ਵਿੱਚ ਆ ਗਈਆਂ। ਉਹਦੇ ਆਪੇ ਗੋਏ ਉਠਾ ਲਿਆ, ਉੱਥੇ ਸੀ ਪਹਾੜ ਉਠਾਇਆ ਉਹਨਾਂ ਨੇ। ਧਰਤੀ ਗੋਏ, ਧਰਤੀ ਇਹ ਹੈ ਜ਼ਿੰਮੇਵਾਰੀ। ਉਹ ਮਤ ਪਹਿਲਾਂ ਮਤ ਨੂੰ ਪਿੱਛੇ ਲਾਉਂਦਾ ਸੀ ਇਹ ਮਨ, ਹੁਣ ਮਤ ਨੇ ਇਹਨੂੰ ਪਿੱਛੇ ਲਾਇਆ ਤੇ ਮਤ ਦੀ ਕਹੀ ਹੋਈ ਇਹਨੇ ਜ਼ਿੰਮੇਵਾਰੀ ਉਠਾਈ। ਹੁਕਮੀ ਭਾਂਡੇ ਸਾਜਿਆ, ਤੂੰ ਆਪੇ ਭੰਨ ਸਵਾਰ ਜੀਓ। ਵਾਹਿਗੁਰੂ ਜੀ ਨੇ ਸਰੀਰ ਰੂਪੀ ਭਾਂਡਾ ਦਿੱਤਾ ਹੈ, ਪੈਦਾ ਕੀਤਾ ਹੈ। ਉਸੇ ਨੇ ਅੰਦਰ ਸੋਚ ਸੁਭਾਅ ਦੇ ਸਟਰਕਚਰ ਦਾ ਭਾਂਡਾ ਸਾਜਿਆ ਤੇ ਵਾਹਿਗੁਰੂ ਜੀ ਆਪ ਹੀ ਇਸ ਨੂੰ ਸਵਾਰ ਕੇ, ਉਹ ਜਿਹੜਾ ਕੁਸੰਗ ਵਾਲੇ ਪਾਸੇ ਖਿੱਚ ਕੇ ਜਾਣ ਵਾਲਾ ਸੁਭਾਅ ਸੀ, ਉਹ ਜਿਹੜੀ ਸੋਚ ਸੀ, ਉਹ ਭਾਂਡਾ ਭੰਨ ਕੇ ਨਵਾਂ ਸਵਾਰ ਕੇ ਗੁਰਮੁਖ ਨੇ ਗੁਰੂ ਸਾਹਿਬ ਜੀ। ਗੁਰੂ ਸਾਹਿਬ ਜੀ ਨੇ ਇਸ ਮਨ ਨੂੰ ਐਸਾ ਗਵਾਲਾ ਬਣਾ ਦਿੱਤਾ। ਇਹ ਪਹਿਲਾਂ ਕੁਸੰਗ ਦੀ ਖੁਰਾਕ ਖਾਂਦੀਆਂ ਸਨ ਇਹਦੀਆਂ ਗਿਆਨ ਇੰਦਰੀਆਂ, ਹੁਣ ਇਹ ਮਨ ਨੇ ਮੈਨੇਜ ਕਰ ਲਈਆਂ ਗੁਰੂ ਦੇ ਪਿਆਰ ਦੇ ਰਸ ਦੀ, ਗੁਰੂ ਦੇ ਮਾਰਗ ਦੇ ਰਸ ਦੀ, ਜਿਹਨੂੰ ਰੂਹਾਨੀ ਇਹਨੇ ਜ਼ਿੰਮੇਵਾਰੀ ਚੁੱਕ ਲਈ, ਅਹਿਸਾਸ ਚੁੱਕ ਲਿਆ ਮੈਂ ਗੁਰੂ ਦਾ ਹਾਂ, ਵਾਹਿਗੁਰੂ ਜੀ। ਜਿਨ ਸਤਿਗੁਰ ਸਿਉ ਚਿਤ ਲਾਇਆ, ਜਿਨ੍ਹਾਂ ਦੀ ਯਾਦ ਵਿੱਚ ਗੁਰੂ ਦੀ ਆਵਾਜ਼ ਵਸ ਗਈ, ਗੁਰੂ ਸਾਹਿਬ ਕੀ ਕਹਿ ਰਹੇ ਨੇ, ਜਿਨ੍ਹਾਂ ਦੀ ਚੇਤਾ ਸ਼ਕਤੀ ਨੇ ਸਤਿਗੁਰ ਦਾ ਮਿਲਾਪ ਕਰ ਲਿਆ।
ਉਦਾਹਰਣ ਸਮਝਿਓ। ਮਾਂ ਪੁੱਤ ਨੂੰ ਕਹਿੰਦੀ ਹੈ ਜਾਂ ਪਿਤਾ ਕਹਿੰਦੇ ਨੇ ਪੁੱਤਰ ਧੀ ਨੂੰ, ਬੇਟਾ ਸਕੂਲ, ਕਾਲਜ, ਯੂਨੀਵਰਸਿਟੀ ਆਹ ਕੰਮ ਨਾ ਕਰ। ਹੁਣ ਉਹਦੀ ਮੱਤ ਵਿੱਚ ਹੈ, ਉਹਦੀ ਯਾਦ ਵਿੱਚ। ਇਹ ਤਾਂ ਉਸਨੇ ਉਹ ਕਰਮ ਕਰਨ ਵੇਲੇ ਆਪਣੇ ਮਾਤਾ ਪਿਤਾ ਦੀ ਕਹੀ ਹੋਈ ਗੱਲ ਵੱਲ ਚਿੱਤ ਲਾ ਲਿਆ, ਯਾਦ ਕਰ ਲਈ, ਬਚ ਗਈ, ਆ ਮੰਨ ਲਿਆ। ਇਸੇ ਤਰ੍ਹਾਂ ਗੁਰੂ ਸਾਹਿਬ ਸੋਚ ਸੁਭਾਅ ਨੂੰ ਸੰਵਾਰਨ ਵਾਸਤੇ ਉਪਦੇਸ਼ ਦਿੰਦੇ, ਜਿਨ੍ਹਾਂ ਨੇ ਚਿੱਤ ਲਾ ਲਿਆ, ਯਾਦ ਰੱਖਿਆ, ਮੰਨ ਲਿਆ, ਤਿਨੀ ਦੂਜਾ ਭਾਉ ਚਕਾਇਆ। ਉਹ ਕੁਸੰਗ ਵਾਲੇ ਪਾਸੇ ਜਾਣ ਦਾ ਜਿਹੜਾ ਮੋਹ ਸੀ ਨਾ, ਪਿਆਰ ਸੀ, ਖਤਮ ਹੋ ਗਿਆ ਗੁਰੂ ਦੇ ਕਹੇ ਤੇ, ਗੁਰੂ ਦੇ ਵਚਨਾਂ ਦੇ ਪਿੱਛੇ। ਮੈਂ ਰਾਤ ਦੇ ਹੈ ਵਡਿਆਈਆਂ, ਦਿਨ ਰਾਤ ਵਾਹਿਗੁਰੂ ਜੀ ਗੁਰੂ ਸਾਹਿਬ ਦੀਆਂ, ਕਿਉਂਕਿ ਸਾਰੇ ਕੌਤਕ ਗੁਰੂ, ਸਾਰੀਆਂ ਰਹਿਮਤਾਂ ਵਾਹਿਗੁਰੂ ਜੀ। ਔਰ ਕੈਸੀ ਕਮਾਲ ਦੀ ਬਾਤ ਹੈ, ਅਣ ਮੰਗਿਆ ਦਾਨ ਦੇਵਣ, ਕਹੋ ਨਾਨਕ ਸੱਚ ਸੰਭਾਲ ਜੀਓ। ਤੇ ਬਿਨਾਂ ਮੰਗਿਆ ਹੀ ਦਿੰਦੇ ਨੇ। ਜਿਸ ਵੇਲੇ ਤੁਸੀਂ ਪੋਸਟਾਂ ਪੜ੍ਹੀਆਂ ਹੋਣਗੀਆਂ, ਜਾਂ ਤੁਸੀਂ WhatsApp ਮੈਸੇਜ ਪੜ੍ਹੇ ਹੋਣਗੇ, ਜਾਂ ਤੁਹਾਨੂੰ ਕਿਸੇ ਨੇ ਦੱਸਿਆ ਹੋਵੇਗਾ ਕਿ ਅਰਥਾਂ ਸਮੇਤ ਕਿਸੇ ਨੇ ਨਿਊਜ਼ ਪੜ੍ਹੀ, ਮਨ ਅੰਦਰ ਭਾਵਨਾ ਜਾਗੀ ਕਿ ਅਰਥਾਂ ਸਮੇਤ ਸਹਿਜ ਪਾਠ ਕਰੀਏ। ਮੰਗੀ ਤਾਂ ਨਹੀਂ ਸੀ, ਬਿਨਾਂ ਮੰਗਿਆ ਹੀ ਵਾਹਿਗੁਰੂ ਨੇ ਦੇ ਦਿੱਤੀ। ਤੁਰ ਪਏ, ਰਸ ਆਉਣ ਲੱਗ ਪਿਆ, ਸਿਦਕ ਬਣ ਗਿਆ, ਰੂਟੀਨ ਬਣ ਗਿਆ, ਤਾਂ ਬਿਨਾਂ ਮੰਗਿਆ ਹੀ ਦੇਈ ਜਾ ਰਹੇ ਨੇ। ਇਸ ਸੱਚ ਨੂੰ ਹਿਰਦੇ 'ਚ ਸੰਭਾਲ ਰੱਖ, ਉਹਦੀ ਯਾਦ, ਮਿੱਠੀ ਯਾਦ ਦਾ ਰਸ ਹੈ ਭਾਵ ਅੰਦਰ ਵਸਾ। ਇਹ 24ਵਾਂ ਪਦ ਹੈ। 27 ਅਸ਼ਟਪਦੀਆਂ ਸਨ, 17 ਅਸ਼ਟਪਦੀਆਂ ਗੁਰੂ ਨਾਨਕ ਪਾਤਸ਼ਾਹ ਦੀਆਂ, 8 ਅਸ਼ਟਪਦੀਆਂ ਗੁਰੂ ਅਮਰਦਾਸ ਸਾਹਿਬ ਜੀ ਦੀਆਂ, 2 ਅਸ਼ਟਪਦੀਆਂ ਗੁਰੂ ਅਰਜਨ ਦੇਵ, ਚੌਥੇ ਪਾਤਸ਼ਾਹ ਨੇ ਤੇ 9ਵੇਂ ਪਾਤਸ਼ਾਹ ਨੇ ਸ੍ਰੀ ਰਾਗ ਦੇ ਵਿੱਚ। ਉਸ ਤੋਂ ਬਾਅਦ 24 ਪਦਿਆਂ ਦਾ ਇਹ ਸ਼ਬਦ ਸੀ ਗੁਰੂ ਨਾਨਕ ਪਾਤਸ਼ਾਹ ਦਾ। ਅੱਗੇ 21 ਪਦਿਆਂ ਦਾ ਸ਼ਬਦ ਸ਼ੁਰੂ ਹੋ ਰਿਹਾ ਹੈ ਗੁਰੂ ਅਰਜਨ ਦੇਵ ਸਾਹਿਬ। ਇਹਦੇ 10 ਪਦਿਆਂ ਦੀ ਵਿਚ ਸ੍ਰੀ ਰਾਗ ਮਹੱਲਾ ਪੰਜਵਾਂ। ਸ੍ਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ, ਪੈ ਪਾਏ ਮਨਾਈ ਸੋਏ ਜੀਓ, ਪੈ ਪਾਏ ਮਨਾਈ ਸੋਏ ਜੀਓ। ਪੈ ਪਾਏ, ਚਰਣੀ ਲੱਗ ਕੇ। ਗੁਰ ਚਰਨ ਗੁਰ ਸ਼ਬਦ ਹੈ, ਗੁਰ ਸ਼ਬਦ ਗੁਰੂ ਦਾ ਉਪਦੇਸ਼ ਹੈ, ਗੁਰ ਉਪਦੇਸ਼ ਗੁਰੂ ਦੇ ਚਰਨ ਨੇ। ਗੁਰੂ ਦੇ ਚਰਨਾਂ ਦੇ ਲੱਗਣ ਦੇ ਅਰਥ ਹੈ ਮੰਨ ਕੇ, ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਵਡਿਆਈ ਮਿਲੀ, ਵਡਿਆਈ ਬਖਸ਼ਿਸ਼ ਹੁੰਦੀ, ਬਖਸ਼ਿਸ਼ ਮਿਲ ਗਈ। ਗੁਰੂ ਦੇ ਉਪਦੇਸ਼ ਦੇ ਲੜ ਲੱਗੇ, ਗੁਰ ਸਰੂਪ ਦੇ ਲੜ ਲੱਗੇ। ਉਹਦੇ ਚ ਮਿਲਿਆ ਕਿ ਸਤਿਗੁਰ ਪੁਰਖ ਮਿਲਾਇਆ, ਤਿਸ ਜੇ ਵੜਿਆ ਵਰਨਾ ਕੋਏ ਜਿਉ ਰਹਾਓ। ਇਹ ਸ਼ਬਦ ਦਾ ਰਹਾਓ ਪਦ, ਉਹਦੇ ਵਿੱਚੋਂ ਸਤਿਗੁਰ ਪੁਰਖ ਮਿਲਾ ਲਿਆ, ਸਭ ਹੋ ਗਿਆ। ਗੁਰੂ ਦੀ ਆਵਾਜ਼, ਸਤਿਗੁਰ ਸਰੂਪ, ਬੜਾ ਚੰਗਾ ਲੱਗਾ। ਗੁਰੂ ਸਾਹਿਬ ਕੀ ਕਹਿ, ਇਹ ਨੌਜਵਾਨ ਸਿੱਖ ਪਰਿਵਾਰਾਂ ਵਿੱਚ ਜਨਮ, ਕਿ ਗੁਰੂ ਦੀ ਆਵਾਜ਼ ਇਹ ਕਹਿ ਰਹੀ ਹੈ, ਕਿ ਗੁਰੂ ਦੀ ਆਵਾਜ਼ ਇਹ ਕਹਿ ਰਹੀ ਹੈ ਕਿ ਗੁਰੂ ਦੀ ਆਵਾਜ਼ ਇਹ ਕਹਿ ਰਹੀ ਹੈ ਕਿ ਨਿੰਦਾ ਚੁਗਲੀ ਇਹ ਤੁਹਾਡੇ ਜਿਉਣਾ। ਸਗੋਂ ਗੁਰੂ ਦੀ ਆਵਾਜ਼ ਹੈ ਕਿ ਸਰੂਪ, ਗੀਤ ਗਾਣਿਆਂ ਦੀ ਬਜਾਏ ਕੀਰਤਨ ਕਥਾ ਗੁਰਬਾਣੀ ਨਾਲ ਜੁੜਨ, ਧੜੇ ਬੰਦੀਆਂ ਦੀ ਬਜਾਏ ਏਕਤਾ ਇਤਫਾਕ ਵਿੱਚ, ਨਫ਼ਰਤ ਦੀ ਬਜਾਏ ਪਿਆਰ ਵਿੱਚ ਜਿਉਣਾ ਹੈ, ਨਿੰਦਾ ਰਸ ਦੀ ਬਜਾਏ ਕਿਸੇ ਦੇ ਗੁਣ ਦੇਖ ਕੇ ਗੁਣਾਂ ਦੀ ਚਰਚਾ ਕਰਨੀ ਹੈ। ਗੁਰੂ ਦੀ ਆਵਾਜ਼ ਤਾਂ ਇਹ, ਮੰਨਾਂਗੇ ਤਾਂ ਮਿਲਾਪ। ਸਤਿਗੁਰ ਸਰੂਪ ਵਰਗਾ ਹੋਰ ਕੋਈ ਵੀ ਨਹੀਂ, ਤੇ ਇਹ ਬੜਾ ਵਰਨਾ। ਫਿਰ ਅੰਦਰ ਵਰਤਾਰਾ ਵਰਤਦਾ ਹੈ, ਸੋਚ ਸੁਭਾਅ ਬਦਲ, ਗੁਰੂ ਨੇ ਇਸ ਨੂੰ ਮੰਨ ਕਿਵੇਂ, ਉਹਨੂੰ ਬੜੇ ਤਰੀਕੇ ਨਾਲ ਸਤਿਗੁਰੂ ਜੀ ਕਰਦੇ ਨੇ। ਗੁਰੂ ਅਰਜਨ ਦਾ ਅੰਦਾਜ਼ ਹੈ
ਕਹਿਣ ਲੱਗੇ ਅੰਦਰ ਐਸਾ ਵਰਤਾਰਾ ਵਰਤਦਾ ਹੈ, "गोसाई ਮਹਿੰਡਾ ਏਠੜਾ, ਮਹਿੰਡਾ ਮੇਰਾ, गोसाई ਮਾਲਕ ਵਾਹਿਗੁਰੂ ਜੀ, ਏਠੜਾ ਬਹੁਤ ਮਿੱਠਾ, ਬਹੁਤ ਪਿਆਰਾ, ਮੇਰਾ ਵਾਹਿਗੁਰੂ ਸੱਚੇ ਮੇਰੇ ਮਾਲਕ ਬਹੁਤ ਪਿਆਰੇ ਨੇ, ਬਹੁਤ ਮਿੱਠੇ ਨੇ, ਇੰਨੇ ਪਿਆਰੇ ਨੇ, ਅੰਮ, ਅੱਬੇ, ਥਾਮ, ਮਿੱਠੜਾ, ਅੰਮ, ਅੰਮਾ, ਮਾਂ, ਬੇਬੇ। ਅੱਬਾ ਹੁੰਦਾ ਪਿਤਾ, ਅੰਮ, ਅੱਬੇ ਦੇ ਅਰਥ ਹੈ ਮਾਂ-ਪਿਓ, ਆਮੋ ਮਿੱਠੜਾ। ਮਾਂ-ਪਿਓ ਮਿੱਠੇ ਲੱਗਦੇ ਨੇ, ਪਰ ਉਸ ਤੋਂ ਵੀ ਮਿੱਠੇ ਨੇ ਵਾਹਿਗੁਰੂ। ਭੈਣ, ਭਾਈ ਸਭ ਸੱਜਣ, ਤੁਧ ਜਿਹਾ ਨਾਹੀਂ ਕੋਇ ਜੀਉ। ਭੈਣ, ਭਰਾ, ਮਿੱਤਰ, ਸੱਜਣ ਕੰਮ ਆਉਂਦੇ ਨੇ, ਔਖੇ ਸਮੇਂ ਤੇ ਕੰਮ ਆਉਂਦੇ। ਪਰ ਕੁਝ ਹਾਲਾਤ ਐਸੇ ਹੁੰਦੇ ਨੇ, ਭੈਣ, ਭਰਾ, ਮਿੱਤਰ ਛੱਡ ਜਾਂਦੇ। ਪਰ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਤੋਂ ਵੀ ਉੱਤਮ ਨੇ। ਉਹ ਤੇ ਔਖੇ ਸਮਿਆਂ ਵਿੱਚ ਵੀ ਵੋੜਦੇ ਨੇ। ਕਿਆ ਬਾਤ! ਜਿਉਂ-ਜਿਉਂ ਜ਼ਿੰਦਗੀ ਦੇ ਵਰਤਾਰੇ ਵਰਤਦੇ ਨੇ ਨਾ, ਵਿਸ਼ਵਾਸ ਹੋਰ ਜਿਹਦੇ ਪ੍ਰੈਕਟੀਕਲ ਜ਼ਿੰਦਗੀ 'ਚ ਵਰਤਾਰੇ ਵਰਤਦੇ ਨੇ ਨਾ, ਉਹਦਾ ਵਿਸ਼ਵਾਸ ਬਹੁਤ ਪਰਪੱਕ ਹੁੰਦਾ ਹੈ, ਪੱਕ ਹੁੰਦਾ ਹੈ। ਉਹ ਰੱਬੀ ਮਿਸ਼ਨ ਤੇ ਪਰਉਪਕਾਰ ਦੇ ਮਿਸ਼ਨ ਤੇ ਤੁਰਦਾ ਹੀ ਰਹੇਗਾ, ਤੁਰਦਾ ਹੀ ਰਹੇਗਾ। ਉਤਰਾਅ-ਚੜ੍ਹਾਅ ਵਿੱਚ ਉਸ ਨੂੰ ਵਿਸ਼ਵਾਸ ਬੱਝਿਆ ਰਹੇਗਾ, ਨਹੀਂ ਮੇਰੇ ਗੁਰੂ ਦਾ ਗਾਂਹ ਕੂ ਤਰਾਂਗ, ਪਿਛਾਂਹ ਫੇਰ ਨਾ ਮੋੜੜਾ। ਦੁਨੀਆ ਇੱਕ ਰਾਹ ਬੰਦ ਕਰੇਗੀ, ਰੱਬ ਦੂਸਰਾ ਰਾਹ ਖੋਲ ਦੇਗਾ। ਰਹੇਗਾ। ਉਹਨੂੰ ਮਹਿਸੂਸ ਹੋਏਗਾ ਤੇਰਾ ਹੁਕਮੇ ਸਾਵਣ ਆਇਆ। ਸਾਵਣ ਸਿਧਾਂਤਕ ਸ਼ਬਦ। ਸਾਵਣ ਦੇ ਵਿੱਚ ਬਾਰਿਸ਼ ਹੁੰਦੀ। ਤੇਰੇ ਹੁਕਮ ਦੇ ਨਾਲ ਅੰਦਰ ਵਾਹਿਗੁਰੂ ਜੀ ਦੇ ਤੇ ਗੁਰੂ ਸਾਹਿਬ ਜੀ ਦੇ ਪਿਆਰ ਦੇ ਰਸ ਦੀ ਬਾਰਿਸ਼ ਹੋ। ਵਾਹਿਗੁਰੂ ਜੀ ਦੇ ਗੁਣਾਂ ਅਨੁਸਾਰ ਜਿਉਣਾ, ਗੁਣਾਂ ਨਾਲ ਪਰਉਪਕਾਰ ਕਰਨਾ ਤੇ ਗੁਰੂ ਸਾਹਿਬ ਜੀ ਦੇ ਉਪਦੇਸ਼ ਅਨੁਸਾਰ ਜਿਉਣਾ। ਇਸ ਭਾਵਨਾ ਦਾ, ਜਜ਼ਬੇ ਦਾ, ਸਿਦਕ ਦਾ, ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ, ਸ਼ੁਕਰਾਨੇ ਦਾ, ਭੈ ਭਾਵਨੀ ਦਾ, ਗੁਰਮਤਿ ਗੁਰਬਾਣੀ ਗੁਰਸਿੱਖੀ ਦਾ ਇੱਕ ਐਸਾ ਰਸ ਆਉਂਦਾ ਹੈ, ਹਰ ਵੇਲੇ ਰਸ ਬਣਿਆ ਰਹਿੰਦਾ ਹੈ। ਲੱਗਦਾ ਹੈ ਕਿ ਅੰਮ੍ਰਿਤ ਰਸ ਦੀ ਬਾਰਿਸ਼ ਹੋ। ਆਹਾ! ਉਸ ਬਾਰਿਸ਼ ਨੂੰ ਦੇ ਰਸ ਨੂੰ ਮਨ ਪੀਵੈ, ਸੁਣ ਸ਼ਬਦ ਵਿਚਾਰ। ਮਨ ਇਸ ਵਿਚਾਰ ਦਾ ਰਸ ਪੀਂਦਾ, ਮਾਰਗ ਦਾ ਰਸ। ਤੇਰੇ ਨਿਜ਼ਮ ਦੇ ਵਿੱਚ, ਤੇਰੇ ਹੁਕਮ ਦੇ ਵਿੱਚ ਸਾਵਣ ਆਇਆ, ਰਸ ਦੀ ਬਾਰਿਸ਼ ਹੋਣ। ਜਦੋਂ ਵਾਹਿਗੁਰੂ ਜੀ ਦੀ ਭਾਵਨਾ, ਜਜ਼ਬਾ, ਪਿਆਰ, ਸਿਦਕ, ਜਨੂਨ, ਲਗਨ, ਲਿਵ, ਮਿੱਠੀ ਯਾਦ, ਵਾਹਿਗੁਰੂ ਜੀ ਦਾ ਭੈ, ਗੁਰੂ ਦੇ ਉਪਦੇਸ਼ ਮੰਨਣ ਦੀ ਭਾਵਨਾ, ਇਹਦੀ ਬਾਰਿਸ਼ ਹੋਈ ਨਾ, ਮੈਂ ਸੱਤ ਕਾ ਹਲ ਜਵਾਇਆ, ਮੈਂ ਅੰਦਰ ਸੱਚ ਦਾ ਹਲ ਜੋੜ ਲਿਆ ਖੋਵਾ। ਕਿਵੇਂ? ਨਾਉ ਬੀਜਣ ਲੱਗਾ ਆਸ ਕਰ, ਹਰ ਬੋਹਲ ਬਖਸ਼ ਜਮਾਏ ਜੀਉ। ਇਹ ਭਾਵਨਾ ਬਣੀ ਅੰਦਰ ਬੀਜ ਬੀਜਾਂ। ਗੁਰੂ ਦੇ ਉਪਦੇਸ਼ ਜਿਉਂ-ਜਿਉਂ ਵਿਚਾਰੇ ਗਏ, ਸੋਚ ਸੁਭਾਅ ਵਿੱਚ ਸਮੇਤ ਸਹਿਜ ਪਾਠ ਕਰਦੇ ਹਨ, ਆਨੰਦ ਆ ਰਿਹਾ। ਬਹੁਤ ਐਸੇ ਨੇ ਜਿਹੜੇ ਪਰਿਵਾਰ ਸਮੇਤ ਲਗਾਤਾਰ ਰੋਜ਼ ਉਡੀਕਦੇ ਨੇ ਨਵਾਂ ਐਪੀਸੋਡ, 73ਵੇਂ ਐਪੀਸੋਡ ਤੇ ਇਹ ਅੰਦਰ ਪਿਆਰ ਦਾ, ਸਿਦਕ ਦਾ, ਲਗਨ ਦਾ ਬੀਜ, ਇਸ ਉਮੀਦ ਦੇ ਨਾਲ ਕਿ ਇਹਨੂੰ ਫਲ ਲੱਗੇਗਾ। ਫਲ ਕੀ ਲੱਗਿਆ? ਬਖਸ਼ਿਸ਼ ਦਾ ਖੁਆ, ਪਰ ਬੋਹਲ ਬਖਸ਼ ਜਮਾ। ਫਸਲ ਆਉਂਦੀ ਨਾ ਕੱਟੀ ਜਾਂਦੀ, ਬੋਹਲ ਵੱਡਾ ਸਾਰਾ ਢੇਰ, ਬਹੁਤ ਸਾਰੀ ਬਖਸ਼ਿਸ਼ ਮਿਲ ਗਈ। ਮਿਲੀ ਕਿਵੇਂ? ਹਉ ਗੁਰ ਮਿਲੇ ਇੱਕ ਪਛਾਣ ਦਾ, ਪਤਾ ਲੱਗਿਆ ਮੇਰੇ ਗੁਰੂ ਦੇ ਗ੍ਰੰਥ ਸਾਹਿਬ ਜੀ ਦੇ ਗੁਰ ਸਰੂਪ ਹੈ ਨਾ, ਉਹਦੇ ਵਿੱਚ ਤੇ ਰੱਬ ਵਿੱਚ ਫਰਕ ਨਹੀਂ। ਇਸ ਰੱਬੀ ਉਪਦੇਸ਼, ਉਹ ਜਿਹੜੀ ਆਵਾਜ਼ ਹੈ ਨਾ, ਬ੍ਰਹਮ ਦੀ ਆਵਾਜ਼, ਬਸ ਇਦਾਂ ਮਹਿਸੂਸ। ਤੋਇਆ ਕਾਗਲ ਚਿੱਤ ਨਾ ਜਾਣਦਾ, ਕਾਗਜ਼ ਤੇ ਲਿਖਿਆ ਜਾਂਦਾ ਨੇ ਤੇ ਕਾਗਲ ਦੇ ਅਰਥ ਹੈ ਕਾਗਜ਼। ਚਿੱਤ ਹੁੰਦਾ ਯਾਦ ਸ਼ਕਤੀ। ਚੇਤਾ ਸ਼ਕਤੀ ਵਿੱਚ ਗੁਰੂ ਦੇ ਉਪਦੇਸ਼ ਯਾਦ ਰਹਿਣ, ਰੱਬ ਦਾ ਭੈ, ਰੱਬ ਦੀ ਮਿੱਠੀ ਮਿੱਠੀ ਯਾਦ ਬਣੀ ਰਵੇ। ਬਸ ਇਸ ਤੋਂ ਇਲਾਵਾ ਕੋਈ ਹੋਰ ਜਿਹੜਾ ਕੁਸੰਗ ਦਾ, ਦੂਸਰੇ ਪਾਸਿਆਂ ਦਾ ਉਹ ਵਿਚਾਰਧਾਰਾ, ਸੋਚ, ਯਾਦਾਂ ਦਾ ਕਾਗਜ਼ ਲਿਖਣ ਦਾ ਕੋਈ ਚੇਤਾ ਨਹੀਂ ਆ। ਉਸ ਪਾਸੇ ਧਿਆਨ ਹੀ ਨਹੀਂ। ਹਰ ਇੱਕ ਤੱਕ
ਕਾਰੈ ਲਾਇਓਨ, ਕਿਉ ਭਾਵੈ ਤਿਵੈ ਨਿਭਾਏ ਜੀਉ। ਵਾਹਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਸੇ ਇਸ ਮਾਰਗ ਤੇ ਜੀਵਨ ਨੂੰ ਤੋਰਿਆ ਹੈ। ਫਿਰ ਉਹਨੂੰ ਜਿਵੇਂ ਭਾਉਂਦਾ ਹੈ, ਉਵੇਂ ਨਿਭਾ ਦਿੰਦੇ ਨੇ। ਜਿੰਨਾ ਜਿੰਨਾ ਅੰਦਰ ਪਿਆਰ ਹੁੰਦਾ ਹੈ, ਓਨਾ ਵਾਹਿਗੁਰੂ ਜੀ ਬਹੁਤ ਸੋਹਣਾ ਨਿਭਾ ਦਿੰਦੇ। ਭਾਵਨਾ ਜਜ਼ਬੇ ਦੇਖ ਨਿਭਾ ਦਿੰਦੇ। ਤੁਸੀਂ ਭੋਗਿਓ ਭੁੰਚੋ ਭਾਈਓ, ਐ ਗੁਰਸਿੱਖੋ, ਐ ਭਰਾਵੋ, ਐ ਵੀਰੋ, ਇਸ ਰਸ ਨੂੰ ਭੋਗੋ, ਰਸ ਨੂੰ ਭੁੰਚੋ, ਇਸ ਮਾਰਗ ਤੇ ਤੁਰਨ ਦਾ ਰਸ ਆਨੰਦ ਮਾਣੋ। ਗੁਰ ਦੀਵਾਨ ਕਵਾਏ ਪਹਿਨਾਈਓ। ਇਹਨੂੰ ਸਮਝਿਓ। ਰਾਜਿਆਂ ਦਾ ਦਰਬਾਰ ਸਜਦਾ ਸੀ, ਜਿਹਦੇ ਤੇ ਰਾਜਾ ਬਹੁਤ ਖੁਸ਼ ਹੁੰਦਾ ਸੀ ਵੀ ਇਹਨੇ ਬੜੀ ਬਹਾਦਰੀ ਕੀਤੀ, ਮੇਰੇ ਰਾਜ ਬਾਰੇ, ਮੇਰੇ ਰਾਜ ਦੀ ਡਿਵੈਲਪਮੈਂਟ ਵਾਸਤੇ ਜਾਂ ਮੇਰੀ ਭਾਵਨਾ ਅਨੁਸਾਰ ਕੰਮ ਕੀਤਾ ਹੈ। ਰਾਜਾ ਉਹਨੂੰ ਬੁਲਾਉਂਦਾ ਆਪਣੇ ਦਰਬਾਰ ਵਿੱਚ, ਭਰੇ ਦਰਬਾਰ ਵਿੱਚ, ਸਾਰਿਆਂ ਦੇ ਸਾਹਮਣੇ ਆਪਣੀ ਪੁਸ਼ਾਕ ਦੇ ਦਿੰਦਾ ਜਾਂ ਉਹਦੇ ਗਲ 'ਚ ਸਿਰੋਪਾਓ ਪਾ ਦਿੰਦਾ। ਉਹਨੂੰ ਕਹਿੰਦੇ ਕਵਾਏ ਪਹਿਨਾਇਓ, ਕਵਾਏ ਪਹਿਨਾ ਦੇ ਪੁਸ਼ਾਕ ਰਾਜੇ ਨੇ ਆਪਣੀ। ਉਹ ਫਿਰ ਜਦੋਂ ਕਿਤੇ ਜਾਂਦਾ ਨਾ, ਜਿੱਧਰ ਵੀ ਜਾਂਦਾ, ਰਾਜੇ ਦੀ ਪੁਸ਼ਾਕ ਪਹਿਨੀ ਹੁੰਦੀ, ਲੋਕ ਕਹਿੰਦੇ ਵਾਹ ਰਾਜੇ ਦਾ ਬੰਦਾ ਹੈ। ਇੱਥੇ ਗੁਰ ਦੀਵਾਨ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਗੁਰੂ ਦੇ ਉਪਦੇਸ਼ ਨੇ ਨਾ, ਰੱਬੀ ਉਪਦੇਸ਼, ਉਹਦਾ ਵੀ ਦੀਵਾਨ ਲੱਗਿਆ। ਜਿਹਨੇ ਜਿਹਨੇ ਮੰਨ ਲਿਆ ਨਾ, ਉਹਦੇ ਅੰਦਰ ਫਿਰ ਗੁਰੂ ਦੀ ਸੋਚ ਵਾਲੀ ਸੁਭਾਓ ਸੋਚ ਦੀ ਪੁਸ਼ਾਕ ਆ ਜਾਂਦੀ। ਜਿਹਦੇ ਕੋਲੇ ਗੁਰੂ ਦਾ ਬਖਸ਼ਿਆ ਹੋਇਆ ਸੁਭਾਅ ਹੈ, ਗੁਰੂ ਦੀ ਬਖਸ਼ੀ ਹੋਈ ਸੋਚ ਹੈ, ਉਹ ਆਪਣੇ ਬਾਰੇ, ਆਪਣੇ ਪਰਿਵਾਰ ਬਾਰੇ ਉਤਨਾ ਨਹੀਂ ਸੋਚਦਾ, ਜਿਤਨਾ ਦੂਸਰਿਆਂ ਦੇ ਪਰਿਵਾਰ ਤੇ ਬਾਰੇ, ਸਮਾਜ ਕੌਮ। ਉਹ ਆਪਣੇ ਪਰਿਵਾਰ, ਆਪਣੇ ਬੱਚਿਆਂ ਲਈ ਉਨੇ ਯਤਨ ਨਹੀਂ ਕਰਦਾ, ਜਿਤਨੇ ਗੁਰੂ ਪੰਥ ਨੂੰ ਪਰਿਵਾਰ ਸਮਝ ਕੇ, ਇਸ ਪਰਿਵਾਰ ਦੇ ਵਿੱਚ ਜਿੰਨੇ ਬੱਚੇ ਨੇ ਸਿੱਖ ਕੌਮ ਦੇ, ਉਹਨਾਂ ਨੂੰ ਗੁਰੂ ਦੀ ਬਗੀਚੀ ਸਮਝ, ਉਸ ਦੇ ਲਈ ਜਿਤਨਾ ਯਤਨ, ਉਹਨੂੰ ਕਹਿੰਦੇ ਨੇ। ਉਹ ਜਿਹੜਾ ਪਰਉਪਕਾਰੀ ਸੁਭਾਅ ਹੈ, ਪਰਉਪਕਾਰੀ ਸੋਚ ਹੈ, ਜਦੋਂ ਵਿਘਨ ਆਉਂਦੇ, ਰੁਕਾਵਟਾਂ ਆਉਂਦੀਆਂ ਨੇ, ਡੋਲਦਾ ਨਹੀਂ। ਇਹਦਾ ਮਤਲਬ ਉਹਦੇ ਅੰਦਰ ਸਿਦਕ, ਲਗਨ, ਜਨੂਨ ਦੀ ਪੁਸ਼ਾਕ ਕਿਹਨੇ ਦਿੱਤੀ ਹੈ? ਇਹ ਸਿਰੋਪਾਓ ਬਖਸ਼ਿਸ਼ ਕਿਹਨੇ ਦਿੱਤੀ ਹੈ? ਇਹ ਮੇਰੇ ਗੁਰੂ ਦੇ ਉਪਦੇਸ਼ ਨੇ ਦਿੱਤੀ ਹੈ। ਗੁਰਸਰੂਪ ਦਾ ਦੀਵਾਨ ਸਜਿਆ, ਗੁਰਸਰੂਪ ਆਪਣੇ ਪਿਆਰਿਆਂ ਨੂੰ ਆਖਦੇ ਨੇ। ਫਿਰ ਹਉ ਹੁਆ ਮਾਹਰ ਪਿੰਡ ਦਾ, ਬੰਨ ਆਂਦੇ ਪੰਜ ਸ਼ਰੀਕ ਜੀਓ। ਉਹ ਫਿਰ ਜਿਹਨੂੰ ਰਾਜੇ ਦੀ ਹਾਕ ਮਿਲਦੀ ਸੀ ਨਾ, ਰਾਜੇ ਦੇ ਦਰਬਾਰ ਵਿੱਚ, ਉਹ ਫਿਰ ਘਰ ਜਾਂਦਾ। ਪਿੰਡ ਦੇ ਵਿੱਚ ਬੜੀ ਉਹਦੀ ਚਰਚਾ ਹੁੰਦੀ ਵੀ ਇਹ ਤਾਂ ਰਾਜੇ ਦਾ ਬੰਦਾ ਹੈ, ਜਿਵੇਂ ਇਹ ਕਵੇ ਰਾਜਾ ਉਵੇਂ ਮੰਨੇਗਾ। ਉਹ ਫਿਰ ਪਿੰਡ ਦਾ ਚੌਧਰੀ ਬਣ ਜਾਂਦਾ। ਚੌਧਰੀ ਬਣ ਕੇ ਉਹ ਜਿਹੜੀ ਜ਼ਮੀਨ ਹੁੰਦੀ ਸੀ ਨਾ, ਉਸ ਸਮਿਆਂ ਦੇ ਵਿੱਚ ਸਾਰੀ ਜ਼ਮੀਨ ਜਿਹੜੀ ਹੈ ਉਹ ਰਾਜੇ ਦੀ ਮੰਨੀ ਜਾਂਦੀ ਸੀ। ਤੇ ਫਿਰ ਉਹ ਕਿਰਸਾਨ ਰੱਖ ਲੈਂਦਾ ਸੀ। ਉਹ ਜਿਹੜੇ ਕਿਰਸਾਨ ਹੁੰਦੇ ਸੀ ਨਾ, ਉਹਨਾਂ ਨੂੰ ਖੇਤੀ ਤੇ ਲਾਉਂਦਾ। ਫਿਰ ਜਿਹੜੇ ਉਹਦੇ ਸ਼ਰੀਕ ਹੁੰਦੇ ਸੀ, ਵਿਰੋਧੀ ਹੁੰਦੇ ਸੀ, ਉਹ ਕਹਿੰਦਾ ਸੀ ਜਾਓ ਉਹਨਾਂ ਨੂੰ ਬੰਨ੍ਹ ਕੇ ਲੈ ਕੇ ਆਓ। ਜਾਣੀ ਹੁਣ ਮੇਰੇ ਕੋਲ ਰਾਜੇ ਦੀ ਪੁਸ਼ਾਕ ਹੈ, ਰਾਜੇ ਦੀ ਪਦਵੀ ਹੈ, ਮੈਂ ਪਿੰਡ ਦਾ ਚੌਧਰੀ ਬਣ ਗਿਆ ਹਾਂ, ਹੋਆ ਮਾਹਰ ਪਿੰਡ ਦਾ। ਜਦੋਂ ਗੁਰੂ ਬਖਸ਼ਿਸ਼ ਵਾਲਾ ਸੁਭਾਅ ਦੇ ਦਿੰਦੇ ਨੇ ਨਾ, ਬਖਸ਼ਿਸ਼ ਵਾਲੀ ਪਰਉਪਕਾਰੀ ਸੋਚ ਦੇ ਦਿੰਦੇ ਨੇ, ਫਿਰ ਮਨੁੱਖ ਦਾ ਮਨ ਕਹਿੰਦਾ ਹੈ ਮੈਂ ਹੁਣ ਆਪਣੇ ਅੰਦਰਲੇ ਸੋਚ ਸੁਭਾਅ ਦਾ ਚੌਧਰੀ ਬਣ ਗਿਆ। ਤੇ ਇਹਦੇ ਜਿਹੜੇ ਸ਼ਰੀਕ ਨੇ ਨਾ, ਉਹ ਨੇ ਨਿੰਦਾ, ਨਫ਼ਰਤ, ਕਾਰ, ਧੜੇਬੰਦੀ, ਲੋਭ ਲਾਲਚ, ਇਹ ਕੁਸੰਗ, ਕੁਸੰਗੀ ਪ੍ਰਭਾਵ, ਇਹ ਜਿਹੜੇ ਮੇਰੇ ਸ਼ਰੀਕ ਨੇ, ਇਹਨਾਂ ਨੂੰ ਬੰਨ ਲਿਆਓ, ਭਾਵ ਇਹਨੂੰ ਮੈਨੇਜ। ਗੁਰੂ ਵਰਸਾਈ ਹੋਈ ਸੋਚ ਸੁਭਾਅ ਵਾਲਾ ਜੀਵਨ ਕਹਿੰਦਾ ਮੈਂ ਨਫ਼ਰਤ, ਲੋਕ ਮੇਰੇ ਨਾਲ ਨਫ਼ਰਤ ਕਰਦੇ, ਨਿੰਦਾ ਕਰਦੇ, ਮੇਰਾ ਵਿਰੋਧ ਕਰਦੇ ਨੇ, ਮਿਸਬਿਹੇਵ ਕਰਦੇ ਨੇ, ਪਰ ਮੈਂ ਬਦਲਾ ਲੂ ਭਾਵਨਾ ਨਹੀਂ ਜਿਉਣਾ, ਕਿਉਂਕਿ ਗੁਰੂ ਦੀ ਜਿਉਣਾ ਹੈ। ਲੋਕ ਧੜੇਬੰਦੀਆਂ ਵਿੱਚ ਜਿਉਂਦੇ ਨੇ, ਆਪਣੇ ਧੜੇ ਨੂੰ ਉੱਚਾ ਮੰਨਦੇ ਨੇ, ਲੱਖ ਕਮਜ਼ੋਰੀਆਂ ਹੋਣ ਉਸ 'ਤੇ ਪਰਦਾ ਪਾਉਂਦੇ ਨੇ, ਇਗਨੋਰ ਕਰਦੇ ਨੇ। ਦੂਸਰੇ ਦੇ ਧੜੇ ਨੂੰ, ਦੂਸਰੇ ਦੀ ਜਥੇਬੰਦੀ ਨੂੰ ਵਿਰੋਧੀ ਮੰਨਦੇ ਨੇ, ਉਹਦੀ ਨਿੱਕੀ ਨਿੱਕੀ ਗਲਤੀ ਨੂੰ ਛਾਲਦੇ ਨੇ, ਉਹਦੇ ਚੰਗੇ ਕੰਮ ਨਹੀਂ ਦੇਖਦੇ, ਉਹਦੇ ਗੁਣਾਂ ਨੂੰ ਨਹੀਂ ਦੇਖਦੇ। ਪਰ ਗੁਰਮੁਖ ਕਹਿੰਦਾ ਮੈਂ ਨਹੀਂ ਇੱਦਾਂ ਜਿਉਣਾ, ਮੈਂ ਕਿਸੇ ਧੜੇ ਨਾਲ ਆਪਣਾ ਨਾਮ ਨਹੀਂ ਜੋੜਨਾ, ਮੈਂ ਕਿਸੇ ਵੀ ਧੜੇ ਦਾ ਸੰਗੀ ਨਹੀਂ ਬਣਨਾ ਤੇ ਕਿਸੇ ਵੀ ਧੜੇ ਦਾ ਵਿਰੋਧੀ ਨਹੀਂ ਬਣਨਾ। ਵਾਲਾ ਜੀਵਨ
ਇਹਨੂੰ ਕਹਿੰਦੇ ਨੇ ਪੰਜ ਸਰੀਰ ਬੰਨ੍ਹ ਲਿਆਂਦੇ। ਤਾਂ ਕਮਾਲ ਦਾ ਸੀਨ ਪੇਸ਼ ਕਰਦੇ ਨੇ ਸਤਿਗੁਰੂ। ਅੱਗੇ ਕਹਿ ਰਹੇ ਹਾਂ, ਆਇਆ ਸ਼ਾਮੈ ਤੇ ਹੰਢੀਆ, ਵਾਹਿਗੁਰੂ ਜੀ ਮੈਂ ਤੇਰੀ ਸ਼ਰਨ ਵਿੱਚ ਆ ਗਿਆ। ਸ਼ਾਮੈ ਦੇ ਅਰਥ ਹੈ ਸ਼ਰਨ। ਇਹ ਸਤਿਗੁਰੂ ਸਾਹਿਬ, ਤੇਰੇ ਹੁਕਮਾਂ ਅਨੁਸਾਰ ਤੇਰੀ ਸ਼ਰਨ ਵਿੱਚ ਜਿਉਂ। ਪੰਜ ਕਰਸਾਨ ਮਜ਼ੇਰੇ ਮਹਿੰਡਿਆ, ਜਿਹੜੇ ਪੰਜ ਵਿਕਾਰ ਸੀ ਨਾ ਇਹ ਮੈਨੇਜ ਹੋਣ ਲੱਗ ਮਜ਼ੇਰੇ, ਇਹਨਾਂ ਨੂੰ ਖੇਤੀ ਕਰਨ ਲਾ ਲਿਆ। ਜਿਹੜਾ ਲੋਭ ਸੀ ਨਾ ਭਲੋ ਬਣ ਗਿਆ, ਭਲਾ ਕਰਨ ਦੀ ਭਾਵਨਾ। ਹਉਮੈ ਜਿਹੜੀ ਸੀ ਸਿਦਕ ਬਣ ਗਿਆ। ਹੁਣ ਸਿਦਕੀ ਹੋ ਕੇ ਜਿਉਣਾ ਹੈ। ਲੋਕ ਕਹਿੰਦੇ ਨੇ ਆਕੜ ਹੈ, ਜਿਹਨੂੰ ਗੁਰੂ ਤੇ ਵਿਸ਼ਵਾਸ ਹੁੰਦਾ ਉਹ ਆਕੜ ਨਹੀਂ ਹੁੰਦੀ, ਉਹ ਸਿਦਕ ਹੁੰਦਾ ਹੈ। ਕਿਉਂਕਿ ਉਹਨੂੰ ਪਤਾ ਹੁੰਦਾ ਹੈ ਕੂੜ ਨਖੁੱਟੈ ਨਾਨਕਾ, ਓੜਕ ਸੱਚ ਰਹੀ, ਜਿੱਤ ਸੱਚ ਦੀ ਹੋਣੀ। ਤਨ ਕੋਈ ਕੱਢ ਨਾ ਹੰਗਈ, ਨਾਨਕ ਬੁੱਠਾ ਘੁੱਗ ਗਿਰਾਉ ਜੀਓ। ਜਿਹੜੀਆਂ ਬੁਰੀਆਂ ਆਦਤਾਂ, ਬੁਰੀਆਂ ਸੋਚ ਸੀ ਨਾ, ਇਹ ਸਿਰ ਨਹੀਂ ਚੁੱਕਦੀ। ਕੱਢ ਨਾ ਹੰਗਈ, ਸਿਰ ਚੁੱਕਣਾ ਭਾਵ ਪ੍ਰਭਾਵ ਨਹੀਂ ਪਾਉਂਦੀ। ਇਹ ਜਿਹੜਾ ਸੋਚ ਤੇ ਸੁਭਾਅ ਦਾ ਸ਼ਹਿਰ ਹੈ ਨਾ, ਘੁੱਗ ਗਿਰਾਉ ਹੁੰਦਾ ਸੰਘਣੀ ਵਸ਼ੋਂ ਵਾਲਾ, ਬਹੁਤ ਵਧੀਆ ਵਸਦਾ ਹੋਇਆ ਸ਼ਹਿਰ ਪਿੰਡ। ਇਹ ਮੇਰਾ ਸੋਚ ਤੇ ਸੁਭਾਅ ਸੋਹਣਾ ਪਿੰਡ ਬਣ ਗਿਆ। ਅੰਦਰ ਰੱਬ ਦੀ ਆਨੰਦਾਂ ਦੀ ਪੂਰੀ, ਅੰਦਰ ਗੁਰੂ ਦੇ ਅੰਮ੍ਰਿਤ ਦਾ ਸਰ ਬਣ ਗਿਆ। ਅੰਦਰ ਗੋਇੰਦ ਵਸਦਾ ਹੈ। ਵਾਹਿਗੁਰੂ ਜੀ ਹਾਲ, ਇਹ ਕਨਸੈਪਟ ਨੇ। ਪੰਜ ਸਰੋਵਰ, ਪੰਜ ਕਿਲੇ, ਸ਼ਹਿਰ ਗੁਰੂ ਦੇ ਵਸਾਏ ਹੋਏ ਸਾਡੇ ਲਈ ਸਿਧਾਂਤਕ ਉਪਦੇਸ਼ ਨੇ। ਆਪਾਂ ਕਿਉਂਕਿ ਬਰੀਫਲੀ ਵਿਚਾਰ ਕਰਦੇ ਹਾਂ, ਵਿਸਥਾਰ ਸਹਿਤ ਵਿਚਾਰਾਂ ਸਾਡੀਆਂ ਅਲੱਗ ਦਾ ਹਰਪ੍ਰੀਤ ਸਿੰਘ ਸ਼ੋਅ ਦੇ ਉੱਪਰ ਟਾਕ ਸ਼ੋਅ ਆਉਂਦਾ ਹੈ ਐਵਰੀ ਫਰਾਈਡੇ ਦੀ ਸ਼ਾਮ ਨੂੰ। ਉਸ ਦੇ ਉੱਪਰ ਡਿਟੇਲ ਵਿੱਚ ਵਿਚਾਰਾਂ ਹੁੰਦੀਆਂ ਨੇ। ਗੁਰਬਾਣੀ ਦੀ ਕੰਟੀਨਿਊ ਵਿਆਖਿਆ ਹੀ ਉੱਥੇ ਹੁੰਦੀ ਹੈ, ਡਿਟੇਲ ਦੇ ਵਿੱਚ, ਵਿਸਥਾਰ ਦੇ ਵਿੱਚ। ਗੁਰਗਿਆਨ ਟੀਵੀ ਦੇ ਵਿੱਚ ਗੁਰਗਿਆਨ ਸਮੁੰਦਰ ਨਾਮ ਦੀ ਜਿਹੜੀ ਸੀਰੀਜ਼ ਹੈ, ਉੱਥੇ ਉਹ ਸਾਰੇ ਐਪੀਸੋਡ ਪਏ ਨੇ, ਤੁਸੀਂ ਉੱਥੋਂ ਵਿਸਥਾਰ ਸਹਿਤ ਲਾ ਲੈਣਾ। ਇੱਥੇ ਸਿਰਫ ਬਰੀਫ ਵਿੱਚ ਵਿਚਾਰਾਂਗੇ। ਸੋਮਵਾਰੀ ਘੁੰਮਾਂ ਜਾਵੰਦਾ, ਮੈਂ ਬਲਿਹਾਰ ਜਾਣਾ। ਵਾਹਿਗੁਰੂ ਜੀ ਇੱਕ ਸਾਹਾ ਤੁਧ ਧਿਆਨ ਦਾ, ਹਰ ਸਾਸ ਹਰ ਸਵਾਸ। ਵਾਹਿਗੁਰੂ ਜੀ ਤੁਹਾਡੇ ਵੱਲ ਧਿਆਨ ਹੈ, ਤੁਹਾਡੇ ਵੱਲ ਤੁਹਾਨੂੰ ਧਿਆਉਂਦਾ, ਤੁਹਾਡੇ ਅਨੁਸਾਰ ਜੀਵਨ। ਉਜੜ ਥੇਹ ਵਸਾਇਓ ਹੋਂ ਤੁਧ ਬਿਟੋਂ ਕੁਰਬਾਨ ਜੀਓ। ਵਾਹਿਗੁਰੂ ਜੀ ਮੈਂ ਤੁਹਾਡੇ ਤੋਂ ਕੁਰਬਾਨ ਜਾਣਾ, ਕੁਰਬਾਨ ਜਾਣਾ। ਤੁਸੀਂ ਮੇਰਾ ਉਜੜਿਆ ਹੋਇਆ ਸੁਭਾਅ ਦਾ ਸ਼ਹਿਰ ਵਸਾ ਦਿੱਤਾ। ਇਹ ਸਤਿਗੁਰੂ ਜੀ ਐਸੀ ਭਾਵਨਾ ਪਈ, ਮੈਂ ਤੁਹਾਡੇ ਤੋਂ ਕੁਰਬਾਨ ਜਾਣਾ। ਹਰ ਇੱਠਾ ਨਿਤ ਧਿਆਇਂਦਾ। ਵਾਹਿਗੁਰੂ ਜੀ ਇੰਨੇ ਪਿਆਰੇ, ਇੰਨੇ ਮਿੱਠੇ ਲੱਗਦੇ ਨੇ। ਨਿਤ ਉਹਨਾਂ ਦੀ ਯਾਦ ਦੇ ਰਸ ਵਿੱਚ, ਮਿੱਠੀ ਮਿੱਠੀ ਯਾਦ ਦੇ, ਵਾਹਿਗੁਰੂ ਜੀ ਦੇ ਖਾਨੇ ਦੇ ਸਹਿ ਪਾਵਨੀ ਦੇ ਰਸ ਵਿੱਚ। ਮਨ ਚਿੰਦੀ ਸੋ ਫਲ ਪਾਏਂਦਾ, ਮਿਲਿਆ ਉਦੋਂ ਜਦੋਂ ਮਨ ਵਿੱਚ ਇੱਛਾ ਬਣੀ ਇੱਦਾਂ ਜਿਉਵਾਂ। ਅਰਦਾਸ ਵਿੱਚ ਕੀ ਮੰਗੀ ਜਾ ਰਹੇ ਆ, ਹੋਰ ਹੀ ਮੰਗਾ ਮੰਗੀ ਜਾ, ਮੰਗਣਾ ਸੀ ਜੋ ਰਹਿ ਗਿਆ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਮੰਗਣਾ ਸੀ ਗੁਰਮੁਖ ਸੁਭਾਉ, ਰੱਬ ਦੀਆਂ ਵਡਿਆਈਆਂ। ਜਿਨ੍ਹਾਂ ਨੇ ਮਨ ਵਿੱਚ ਇੱਛਾ ਜਾਗੀ, ਤੜਫ ਬਣੀ, ਉਹਨਾਂ ਨੂੰ ਫਲ ਮਿਲ ਗਿਆ। ਸਭੇ ਕਾਜ ਸਵਾਰਿਆਨ, ਲਾਇਨ ਮਨ ਕੀ ਭੁੱਖ ਜੀਓ। ਦੁਨਿਆਵੀ ਭੁੱਖਾਂ ਮਿਟ ਗਈਆਂ। ਗੁਰਮੁਖ ਸੁਭਾਅ ਵਿੱਚ ਜੀਵਨ ਜਿਉਣ ਦਾ ਕਾਰਜ ਸਮਰ ਗਿਆ। ਮੈਂ ਛੱਡਿਆ ਸਭੋ ਧੰਦੜਾ, ਕੁਸੰਗ ਦਾ, ਕੁਸੰਗ ਪਾਲੇ ਪਾਸੇ ਜਾਣ ਦਾ, ਜਿਹੜਾ ਐਵੇਂ ਧੰਦ ਪਿੱਟਦਾ ਸੀ ਨਾ ਮਨ, ਇਹਨੇ ਉਹ ਧੰਦਾ ਹੀ ਛੱਡ ਦਿੱਤਾ, ਉੱਧਰ ਜਾਣਾ ਹੀ ਛੱਡ ਦਿੱਤਾ। ਗੁਸਾਈ ਸੇਵੀ ਸੱਚੜਾ, ਹੁਣ ਤਾਂ ਸੱਚਾ ਮਾਲਕ ਵਾਹਿਗੁਰੂ ਉਹਦੇ ਹੁਕਮਾਂ ਅਨੁਸਾਰ, ਗੁਰੂ ਦੇ ਹੁਕਮਾਂ ਅਨੁਸਾਰ ਵਾਹਿਗੁਰੂ ਜੀ ਦੀ ਯਾਦ ਵਿੱਚ ਜਿਉਣਾ ਹੀ ਅਸਲੀ ਜੀਵਨ ਲੱਗੇ। ਨੌ ਨਿਧ ਨਾਮ ਨਿਧਾਨ ਹਰ, ਮੈਂ ਪੱਲੇ ਬੱਧਾ ਸਿੱਖ ਜੀਓ। ਹੁਣ ਪਤਾ ਲੱਗਿਆ ਵਾਹਿਗੁਰੂ ਜੀ ਦਾ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਐਸਾ ਖਜ਼ਾਨਾ ਹੈ, ਇਹਦੇ ਮੁਕਾਬਲੇ ਤੇ ਨੌ ਨਿਧੀਆਂ ਭਾਵ ਮਟੀਰੀਅਲਿਜ਼ਮ, ਪਦਾਰਥਵਾਦ ਕੁਝ ਵੀ ਨਹੀਂ। ਮੈਂ ਆਪਣੀ ਮੱਤ ਵਿੱਚ ਪੱਲੇ ਬੰਨ ਲਈ। ਮੈਂ ਸੁਖੀ ਹੂੰ ਸੁਖ ਪਾਇਆ, ਮੈਨੂੰ ਪੂਰਾ ਵਿਸ਼ਵਾਸ ਆ ਗਿਆ ਕਿ ਅਸਲੀ ਸੁੱਖ ਮਿਲਿਆ, ਇਸ ਵਿੱਚ ਅੰਦਰ ਆਨੰਦ। ਗੁਰ ਅੰਤਰ ਸ਼ਬਦ ਵਸਾਇਆ, ਮੇਰੇ ਗੁਰੂ ਸਾਹਿਬ ਦੀ ਬਾਣੀ ਦੇ ਅੰਦਰ ਝਾਤੀ ਮਾਰੀ, ਅੰਦਰ ਗੁਰ ਸਰੂਪ ਹੈ, ਉਪਦੇਸ਼ ਹੈ। ਉਹਨੇ ਉਪਦੇਸ਼ ਸ਼ਬਦ ਮੇਰੇ ਅੰਦਰ
ਮੰਨਣ ਦੀ ਭਾਵਨਾ ਜਾ ਸਤਿਗੁਰ ਪੁਰਖ ਵੇਖਾਲਿਆ ਮਸਤਕ ਧਰ ਕੇ ਹੱਥ ਜੀਉ ਅੰਦਰ ਗੁਰੂ ਦੀ ਆਵਾਜ਼ ਸਤਿਗੁਰ ਸਰੂਪ ਸਮਝ ਆਈ ਪਿਆਰੀ ਲੱਗੀ ਮੰਨਣ ਦੀ ਭਾਵਨਾ ਆਈ ਨਾ ਮਸਤਕ ਧਰ ਕੇ ਹੱਥ ਸੋਚ ਬਦਲ ਗਈ ਗੁਰਮਤ ਵਾਲੀ ਸੋਚ ਆ ਗਈ ਇਹਨੂੰ ਕਹਿੰਦੇ ਨੇ ਗੁਰੂ ਨੇ ਮਸਤਕ ਤੇ ਹੱਥ ਰੱਖ ਵਾਹਿਗੁਰੂ ਜੀ ਨੇ ਮਿਹਰ ਭਰਿਆ ਹੱਥ ਰੱਖ ਮੈਂ ਬੱਧੀ ਸੱਚ ਧਰਮਸਾਲ ਹੈ ਤੇਰਾ ਧਰਤੀ ਧਰਮਸ਼ਾਲ ਦਿਸਣ ਲੱਗ ਪਈ ਹਰ ਵਰਤਾਰੇ ਵਿੱਚ ਸੋਚ ਹੀ ਧਰਮਸ਼ਾਲਾ ਬਣ ਗਈ ਗੁਰਸਿੱਖਾਂ ਲੈਂਦਾ ਭਾਲਕ ਹੈ ਜਿਹੜੇ ਗੁਰਸਿੱਖ ਨੇ ਨਾ ਭਾਲਦੇ ਨੇ ਇਸ ਸੋਚ ਮਾਰਗ ਨੂੰ ਤੁਰਦੇ ਨੇ ਐਸੇ ਗੁਰਸਿੱਖ ਜਿਹੜੇ ਇਸ ਮਾਰਗ ਦੀਆਂ ਗੱਲਾਂ ਕਰਨ ਇਸ ਸੋਚ ਦੀਆਂ ਗੱਲਾਂ ਕਰਨ ਗੁਰਮਤਿ ਦੀਆਂ ਗੱਲਾਂ ਕਰਨ ਰੱਬੀ ਗੱਲਾਂ ਕਰਨ ਮੈਂ ਲੱਭਦਾ ਤੜਪ ਬਣ ਗਈ ਮਿਲੀਏ ਐਸੇ ਗੁਰਸਿੱਖਾਂ ਨੂੰ ਸੁਣੀਏ ਐਸੇ ਗੁਰਸਿੱਖਾਂ ਦੇ ਬਚਨ ਪੈਰ ਧੋਵਾਂ ਪੱਖਾ ਫੇਰਦਾ ਤਿਸ ਨਿਭ ਨਿਭ ਲਾਗਾਂ ਪਾਏ ਜੀਓ ਪੈਰ ਧੋਣੇ ਕਿਉਂਕਿ ਉਹਨਾਂ ਜ਼ਮਾਨੇ 'ਚ ਕੱਚੇ ਰਸਤੇ ਗਰਮੀ ਹੁੰਦੀ ਸੀ ਪੱਖਾ ਫੇਰਨਾ ਅੱਜ ਕੱਲ੍ਹ ਤਾਂ ਪੈਰ ਲਿਬੜਦੇ ਹੀ ਨਹੀਂ ਪੱਖਾ ਆਟੋ ਹੀਟ ਆਟੋ ਏਸੀ ਲੱਗੇ ਹੋਏ ਨੇ ਇਹਦਾ ਸਿਧਾਂਤਕ ਸ਼ਬਦ ਇਹ ਹੈ ਇੱਕ ਦੂਸਰੇ ਨਾਲ ਗੂੜਾ ਪਿਆਰ ਇੱਕ ਦੂਸਰੇ ਨੂੰ ਸਤਿਕਾਰ ਤੇ ਨਿਮਰਤਾ ਵਿੱਚ ਇੱਕ ਦੂਸਰੇ ਤੋਂ ਸਿੱਖਣਾ ਇਹਨੂੰ ਕਹਿੰਦੇ ਨੇ ਏਕਤਾ ਇਤਫਾਕ ਕੌਮ ਵਿੱਚ ਆਵੇ ਸਾਡੇ ਸਾਰਿਆਂ ਵਿੱਚ ਆਵੇ ਦੀ ਖਿਮਾ ਇਹ 10 ਪਦੇ ਦੀ ਵਿਚਾਰ ਆਪਾਂ ਕੀਤੀ ਹੈ 21 ਪਦਿਆਂ ਦਾ ਸ਼ਬਦ ਹੈ ਬਾਕੀ 11 ਪਦਿਆਂ ਦੇ ਐਪੀਸੋਡ ਵਿੱਚ ਸਿੱਖਣ ਦਾ ਯਤਨ ਕਰਾਂਗੇ ਕੱਲ ਨੂੰ ਅਗਲੇ ਐਪੀਸੋਡ ਵਿੱਚ ਪਹਿਰੇ ਨਾਮ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਪੰਜ ਸ਼ੁਰੂ ਹੋਏਗੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਨ ਪੀਵੈ ਸੁਣ ਸ਼ਬਦ ਵਿਚਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਜਿਮ ਜਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ